बिस्मिल्लाहिर्रहमानिर्रहीम। नाज़रीन, मैं जैगम सजाद और मेरा यूट्यूब चैनल है जैगम ऑनलाइन कोटला। नाज़रीन, मैं एक दो दिन पहला गया हाँ अपने एक दोस्त कोल, तो वो पावर ऑफ अटारनियां के सिलसिले बड़ा परेशान है। उन्होंने पावर ऑफ अटारनियां बन के आ गई ने। उन्होंने 3-4 मोहदे के अंदर रकबा है। कुछ मोहदे ऑनलाइन ने तो कुछ मोहदे जोड़े ने वो मैनुअल ने। तो उन्होंने अवेयरनेस ना होने की वजह तो उन्होंने दायरे एक बंदा उत्थे वर्किंग डे के जोड़ा ना बैसी जाना है तो ही वो पावर ऑफ अटारनी बननी है। ज़ाहिर उत्थे भी वो अपनी पूरी दिहाड़ भनते हैं तो उत्थे जाते हैं। पावर ऑफ अटारनी बन के तैयार हो के आ गई है, इतने वैलिड भी हो गई है। लेकिन जिस वे रकबा वेचन गए हैं तो उन्होंने कहा कि तुम ये रकबा तो फलान मोहदे के बेच सकते हो, क्योंकि उन्होंने को अवेयरनेस नहीं है। उन्होंने जोड़ा ना टाइम भी बहुत ज़्यादा ज़ाया होया है तो जोड़ा ना पैसे का ज़ाया भी होया है। हूँ वो दोबारा जड़ियाँ पावर ऑफ अटारनियां जड़ियाँ बनन दियाँ तो फिर जाकर उन्होंने रकबा जोड़ा ना वो सेल होएगा। वो ਇੱਕੋ ਹੀ ਵਰਕੇ ਦੇ ਉੱਪਰ ਪਾਵਰ ਆਫ ਅਟਾਰਨੀ ਜਿਹੜੀ ਬਣਨੀ ਹੈ, ਭਾਵੇਂ ਤੁਹਾਡਾ 10 ਮੁੱਦਿਆਂ ਦੇ ਵਿੱਚ ਰਕਬਾ ਹੈ ਉਹ ਸੇਲ ਹੋ ਸਕਦਾ ਆ। ਲੇਕਿਨ ਉਹਨੂੰ ਤਿਆਰ ਕਰਨ ਦਾ ਇੱਕ ਤਰੀਕਾ ਹੈ, ਕਿਉਂਕਿ ਅਸੀਂ ਪ੍ਰਾਪਰਟੀ ਦਾ ਕੰਮ ਕਰਨੇ ਆ ਤੇ ਸਾਨੂੰ ਗਾਹ ਬਗਾ ਜਿਹੜਾ ਨਾ ਉਹ ਪਾਵਰ ਆਫ ਅਟਾਰਨੀਆਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਇਹ ਅਸੀਂ ਪਾਵਰ ਆਫ ਅਟਾਰਨੀਆਂ ਉਹਦੇ ਤੋਂ ਪਹਿਲਾਂ ਤਿਆਰ ਕਰਵਾਉਂਦੇ ਆ ਤੇ ਫਿਰ ਭੇਜਦੇ ਆ। ਫਿਰ ਬੰਦੇ ਜਾ ਕੇ ਅੰਬੈਸੀ ਦੇ ਵਿੱਚੋਂ ਟੈਸਟ ਕਰਾ ਕੇ ਸਾਨੂੰ ਭੇਜਦੇ ਨੇ। ਫਿਰ ਕਿਸੇ ਪਰੇਸ਼ਾਨੀ ਦਾ ਜਿਹੜਾ ਨਾ ਉਹ ਸਾਹਮਣਾ ਨਹੀਂ ਕਰਨਾ ਪੈਂਦਾ। ਤੇ ਪਾਵਰ ਆਫ ਅਟਾਰਨੀਆਂ ਮੁਖਤਲਿਫ ਕਿਸਮ ਦੀਆਂ ਹੁੰਦੀਆਂ ਨੇ। ਉਹ ਇਹਦੇ 'ਚ ਇੱਕ ਜਿਹੜੀ ਹੈ ਜਨਰਲ ਪਾਵਰ ਆਫ ਅਟਾਰਨੀ ਜਿਹੜੀ ਲੋਕ ਅਕਸਰ ਭੇਜਦੇ ਨੇ, ਉਹ ਅਕਸਰ ਲੋਕਾਂ ਦਾ ਇੱਕ ਦੋ ਨੁਕਸਾਨ ਵੀ ਉਹ ਵੀ ਮੇਰੀ ਨਜ਼ਰ ਵਿੱਚ ਆਇਆ ਕਿ ਇੱਕ ਆਦਮੀ ਦੀ ਇੱਕ ਮੋਹਦੇ ਦੇ ਵਿੱਚ 1 ਕਨਾਲ ਜਗ੍ਹਾ ਹੈ ਤੇ ਉਹਨੇ ਵਿੱਚੋਂ 5 ਮਰਲੇ ਜ਼ਮੀਨ ਫਰੋਖਤ ਕਰਨੀ ਹੈ। ਉਹਨੇ ਉੱਥੋਂ ਪਾਵਰ ਆਫ ਅਟਾਰਨੀ ਭੇਜੀ ਹੈ, ਲੇਕਿਨ ਉਹਨੂੰ ਆਈਡੀਆ ਨਹੀਂ ਆ ਕਿ ਮੈਂ ਇਹਨੂੰ ਵਿੱਚ ਸਿਰਫ 5 ਮਰਲੇ ਹੀ ਲਿਖਣਾ ਆ। ਵੀ 5 ਮਰਲੇ ਜ਼ਮੀਨ ਜਿਹੜੀ ਹੈ ਮੈਂ ਉਹ ਕਿਉਂਕਿ ਉਹ ਗਲਤੀ ਨਾਲ ਕਨਾਲ ਹੀ ਲਿਖਣ ਜਾਂਦਾ ਉਹ ਉਹਦੇ ਤੇ ਗੌਰ ਨਾਲ ਉਹਨੂੰ ਪੜ੍ਹਦੇ ਕੋਈ ਨਹੀਂ। ਜਿਸ ਵੇਲੇ ਇੱਥੇ ਆਉਂਦੇ ਨੇ ਕੋਈ ਅਰਸੇ ਤੋਂ ਬਾਅਦ ਤਾਂ ਜ਼ਮੀਨ ਸਾਰੀ ਦੀ ਸਾਰੀ ਸੇਲ ਹੋ ਚੁੱਕੀ ਹੁੰਦੀ ਹੈ। ਤੇ ਉਹ ਕਹਿੰਦਾ ਮੈਂ ਤਾਂ ਪਾਵਰ ਆਫ ਅਟਾਰਨੀ 5 ਮਰਲੇ ਦੀ ਭੇਜੀ ਹੈ ਤੇ 15 ਮਰਲੇ ਮੇਰੇ ਨਾਲ ਕਿੱਧਰ ਵਿਕ ਗਏ ਨੇ। ਉਹ ਫਿਰ ਜਿਵੇਂ ਪਾਵਰ ਆਫ ਅਟਾਰਨੀ ਗੌਰ ਨਾਲ ਪੜ੍ਹੀ ਦੀ ਹੈ ਤੇ ਉਹ ਪਤਾ ਲੱਗ ਜਾਂਦਾ ਕਿ ਇਹ ਤੇ ਉਹ ਪਾਵਰ ਆਫ ਅਟਾਰਨੀ ਗਲਤ ਬਣ ਗਈ ਹੈ ਔਰ ਜਿਹਨੂੰ ਭੇਜੀ ਗਈ ਉਹਨੇ ਜ਼ਮੀਨ ਸੇਲ ਕਰ ਦਿੱਤੀ ਹੈ। ਬਹੁਤ ਨੁਕਸਾਨ ਹੋ ਗਿਆ ਕਈਆਂ ਲੋਕਾਂ ਦਾ। ਇੱਕ ਤਾਂ ਕੋਸ਼ਿਸ਼ ਕਰੋ ਕਿ ਜਿਸ ਵੇਲੇ ਪਾਵਰ ਆਫ ਅਟਾਰਨੀ ਤੁਸੀਂ ਭੇਜਣੀ ਹੈ ਵਿੱਚ ਅਗਰ ਤੁਹਾਡਾ ਕੋਟਲੇ ਦੇ ਵਿੱਚ 10 ਮਰਲੇ ਰਕਬਾ ਹੈ ਤੇ ਤੁਸੀਂ 5 ਮਰਲੇ ਜ਼ਮੀਨ ਵਿੱਚੋਂ ਸੇਲ ਕਰਨੀ ਹੈ ਤੇ ਵਿੱਚ ਉਹਦੇ ਵਿੱਚ ਲਿਖਣਾ ਜੇ ਕਿ ਮੈਂ 5 ਮਰਲੇ ਸਿਰਫ ਜ਼ਮੀਨ ਜਿਹੜੀ ਹੈ ਨਾ ਫਰੋਖਤ ਕਰ ਰਿਹਾ ਹਾਂ। ਉਹਦੇ ਤੇ ਤੁਸੀਂ ਖੇਵਟ ਖਤੂਨੀ ਲਿਖ ਲਓ ਤਾਂ ਬਿਹਤਰ ਹੈ। ਅਗਰ ਨਾ ਵੀ ਲਿਖੋ ਨਾ ਤੇ ਮੌਜ਼ਾ ਕੋਟਲਾ ਅਰਬਲੀ ਹਾਂ 5 ਮਰਲਾ ਜ਼ਮੀਨ ਜਿਹੜੀ ਹੈ ਉਹ ਮੈਂ ਸਿਰਫ ਸੇਲ ਕਰ ਰਿਹਾ। ਓਨਲੀ ਨਾਲ ਹਰਫ ਲਿਖਣਾ 5 ਮਰਲਾ ਓਨਲੀ ਉਹ ਸੇਲ ਕਰ ਰਿਹਾ ਹੈ। ਤੇ ਅਗਰ ਤੁਸੀਂ ਸਾਰੀ 10 ਦੀ 10 ਵੇਚਣੀ ਹੈ ਤੇ ਮਾਈ ਆਲ ਪ੍ਰਾਪਰਟੀ ਤੁਸੀਂ ਵਿੱਚ ਲਿਖ ਦੇਣਾ ਤੇ ਉਹਦੇ ਤੇ ਖੇਵਟ ਖਾਤਾ ਖਤੂਨੀ ਲਿਖਣ ਦੀ ਜ਼ਰੂਰਤ ਨਹੀਂ ਹੈ ਵੀ, ਕਿਉਂਕਿ ਖੇਵਟ ਖਾਤਾ ਖਤੂਨੀਆਂ ਅਕਸਰ ਲੋਕਾਂ ਕੋਲ ਜਿਹੜੀ ਹੈ ਨਾ ਉਹ ਮਾਲੂਮਾਤ ਸਹੀ ਨਹੀਂ ਹੁੰਦੀ ਹੈ ਵੀ, ਉਹ ਤਬਦੀਲ ਵੀ ਵਸਾ ਔਕਾਤ ਹੁੰਦੀਆਂ ਰਹਿੰਦੀਆਂ ਨੇ। ਤੇ ਉਹਦੇ ਵਿੱਚ ਕੋਸ਼ਿਸ਼ ਕਰੋ ਕਿ ਤੁਸੀਂ ਪਾਵਰ ਆਫ ਅਟਾਰਨੀ ਜਿਹੜੀ ਅਗਰ ਕਿਸੇ ਨੂੰ ਦੇਣੀ ਹੈ ਤਾਂ ਉਹ ਤੁਹਾਡੀ ਫਾਰ ਲਾਈਫ ਵੈਲਿਡ ਹੈ। ਇਹ ਬੜਾ ਜ਼ਰੂਰੀ ਜਿਹੜਾ ਪੈਗਾਮ ਹੈ ਕਿ ਪਾਵਰ ਆਫ ਅਟਾਰਨੀ ਤੁਹਾਡੀ ਫਾਰ ਲਾਈਫ ਵੈਲਿਡ ਹੈ। ਹਾਂ, ਤੁਸੀਂ ਅਗਰ ਵਿੱਚ ਤੁਸੀਂ ਉਹਨੂੰ ਕੋਈ ਮਹੀਨਿਆਂ ਵਾਸਤੇ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਡੇਟ ਲਿਖਣੀ ਹੈ ਕਿ ਇਹ 2 ਮਹੀਨੇ ਵਾਸਤੇ ਜਿਹੜੀ ਹੈ ਵੈਲਿਡ ਹੈ, 2 ਮਹੀਨੇ ਤੋਂ ਬਾਅਦ ਆਟੋ ਜਿਹੜੀ ਹੈ ਉਹ ਖਤਮ ਹੋ ਜਾਏਗੀ। ਇਹ 2-4 ਚੀਜ਼ਾਂ ਜਿਹੜੀਆਂ ਨੋਟ ਕਰਨੀਆਂ ਬੜੀਆਂ ਜ਼ਰੂਰੀ ਨੇ। ਅਗਰ ਤੁਸੀਂ ਡੇਟ ਉਹਦੇ ਵਿੱਚ ਮੁਖਤਸ ਕਰਨੀ ਹੈ, ਯਾਨੀ ਇਹ 2 ਮਹੀਨੇ ਜਿਹੜੀ ਹੈ ਮੇਰੀ ਪਾਵਰ ਆਫ ਅਟਾਰਨੀ ਵੈਲਿਡ ਹੈ, ਤੇ ਉਹ ਡੇਟ ਕਿਹੜੀ ਡੇਟ ਤੋਂ ਕਿਹੜੀ ਡੇਟ ਤੱਕ ਉਹ ਵਿੱਚ ਲਿਖਣਾ ਜ਼ਰੂਰੀ ਹੈ। ਤੇ ਰਕਬਾ ਕਿਤਨਾ ਸੇਲ ਕਰਨਾ ਹੈ, ਉਹ ਜਿਤਨਾ ਵੀ ਸੇਲ ਕਰਨਾ, ਅਗਰ ਤੁਹਾਡਾ 20 ਮਰਲੇ ਰਕਬਾ ਵਿੱਚੋਂ 5 ਮਰਲੇ ਵੇਚਣਾ ਤਾਂ ਉਹਦੇ 'ਚ ਵੀ ਲਿਖਣਾ ਓਨਲੀ 5 ਮਰਲਾ ਸੇਲ ਕਰਨਾ ਹੈ। ਉਹਦੀ ਮੈਂ ਜਿਹੜੀ ਅਥਾਰਟੀ ਨੂੰ ਦੇ ਰਿਹਾ ਹਾਂ। ਇਸ ਤੋਂ ਇਲਾਵਾ ਅਗਰ ਤੁਹਾਡੀ 2-4-5 ਮੋਹਦਿਆਂ ਦੇ ਵਿੱਚ ਜ਼ਮੀਨ ਹੈ ਤੇ ਇੱਕ ਹੀ ਪਾਵਰ ਆਫ ਅਟਾਰਨੀ ਤੁਸੀਂ ਜਿਹੜੀ ਹੈ ਨਾ ਇੱਕੋ ਹੀ ਬਣਵਾਉਣੀ ਹੈ, ਜ਼ਿਆਦਾ ਨਹੀਂ ਬਣਵਾਉਣੀ। ਲੇਕਿਨ ਉਹਦੇ 'ਤੇ ਲਿਖਣਾ ਫਲਾਂ ਮੋਹਜ਼ਾ ਜਿਹੜੇ ਮੋਹਦਿਆਂ ਦੇ ਵਿੱਚੋਂ ਜਿਤਨੀ ਜ਼ਮੀਨ ਤੁਸੀਂ ਸੇਲ ਕਰਨੀ ਹੈ, ਮੋਹਦੇ ਦੇ ਅੱਗੇ ਐਨੀ ਜ਼ਮੀਨ ਫਲਾਂ ਮੋਹਜ਼ਾ, ਯਾਨੀ ਕੋਟਲੇ ਦੇ ਵਿੱਚ 10 ਮਰਲੇ ਜ਼ਮੀਨ ਹੈ ਉਹਦੇ 'ਚੋਂ 5 ਮਰਲੇ ਓਨਲੀ 5 ਮਰਲਾ ਸੇਲ ਕਰਨੀ ਹੈ। ਮੋਹਜ਼ਾ ਪਹਾੜੇ ਦੇ ਵਿੱਚ ਮੇਰੀ 20 ਮਰਲੇ ਜ਼ਮੀਨ ਹੈ ਉਹਦੇ ਵਿੱਚੋਂ ਓਨਲੀ 10 ਮਰਲੇ ਸੇਲ ਕਰਨੀ ਹੈ। ਇਹ ਲਿਖਣਾ ਬੜਾ ਜ਼ਿਆਦਾ ਜ਼ਰੂਰੀ ਹੈ। ਅਕਸਰ ਲੋਕਾਂ ਦਾ ਨੁਕਸਾਨ ਹੋ ਗਿਆ ਕਿ ਉਹ ਜ਼ਮੀਨ ਵੇਚਣਾ ਤੇ ਥੋੜ੍ਹੀ ਚਾਹੁੰਦੇ ਨੇ, ਲੇਕਿਨ ਉਹ ਪਾਵਰ ਆਫ ਅਟਾਰਨੀ ਗਲਤ ਲਿਖਣ ਹੋਈ ਹੁੰਦੀ ਹੈ। ਉਹਨੂੰ ਉਸ ਵੇਲੇ ਉਹ ਕਿਉਂਕਿ ਜਲਦੀ ਦੇ ਵਿੱਚ ਉਹਦੇ ਤੇ ਗੌਰ ਨਾਲ ਉਹਨੂੰ ਪੜ੍ਹਦੇ ਕੋਈ ਨਹੀਂ, ਤੇ ਉਹ ਜਿਸ ਵੇਲੇ ਆਪਦੇ ਨੇ 2-4-10 ਸਾਲਾਂ ਬਾਅਦ ਆਉਂਦੇ ਨੇ ਤੇ ਉਹਨਾਂ ਦੀ ਜ਼ਮੀਨ ਜਿਹੜੀ ਉਹਨੂੰ ਵਿਕ ਗਈ ਹੁੰਦੀ ਹੈ। ਬਾਅਦ 'ਚੋਂ ਪਰੇਸ਼ਾਨੀ ਉਹਨਾਂ ਨੂੰ ਹੁੰਦੀ ਹੈ। ਇਸ ਚੀਜ਼ ਨੂੰ ਜ਼ਰੂਰੀ ਨੋਟ ਹੈ। ਇਹ ਇਹਦੇ ਤੋਂ ਇਲਾਵਾ ਕਿ ਲੋਕਾਂ ਨੂੰ ਇਹ ਆਈਡੀਆ ਨਹੀਂ ਹੈ ਵੀ ਕਿ ਆਨਲਾਈਨ ਮੌਜ਼ਾ ਹੈ ਤੇ ਮੈਨੂਅਲ ਮੌਜ਼ਾ ਹੈ ਤੇ ਉਹਦੇ ਵਾਸਤੇ ਪਾਵਰ ਆਫ ਅਟਾਰਨੀ ਲਾਦਾ ਚਾਹੀਦੀ ਹੈ।
ਨਹੀਂ, ਇੱਕੋ ਹੀ ਪਾਵਰ ਆਫ ਅਟਾਰਨੀ ਚਾਹੀਦੀ ਹੈ। ਮੌਜ਼ਾ ਭਾਵੇਂ ਆਨਲਾਈਨ ਹੈ ਤੇ ਭਾਵੇਂ ਤੁਹਾਡਾ ਮੈਨੂਅਲ ਮੌਜ਼ਾ ਹੈ। ਮੈਨੂਅਲ ਤੋਂ ਮੁਰਾਦ ਇਹ ਕਿ ਉਹ ਸਿਸਟਮ ਸਾਰਾ ਪਟਵਾਰੀ ਕੋਲ ਹੀ ਹੁੰਦਾ ਹੈ, ਉਹ ਹੱਥ ਨਾਲ ਹੀ ਜਿਹੜਾ ਨਾ ਫਰਜ਼ ਸ਼ਰਤ ਬਣਦੇ ਨੇ। ਤੇ ਆਨਲਾਈਨ ਤੋਂ ਮੁਰਾਦ ਇਹ ਹੈ ਕਿ ਜਿਹੜੇ ਮੌਜ਼ੇ ਆਨਲਾਈਨ ਹੋ ਗਏ ਨੇ ਉਹਨਾਂ ਦਾ ਕੰਪਿਊਟਰਾਈਜ਼ ਫਰਜ਼ ਨਿਕਲਦਾ ਹੈ ਤੇ ਕੰਪਿਊਟਰ ਦੇ ਉੱਤੇ ਜਾ ਕੇ ਜਿਹੜਾ ਨਾ ਉਹਦਾ ਜਿਹੜਾ ਨਾ ਉਹ ਰਜਿਸਟਰੀ ਵਗੈਰਾ ਜਿਹੜੀ ਹੈ ਨਾ ਉਹਦਾ ਕੰਪਿਊਟਰ 'ਚ ਇੰਤਕਾਲ ਹੁੰਦਾ ਹੈ। ਤੇ ਜਿਹੜਾ ਮੈਨੂਅਲ ਹੁੰਦਾ ਹੈ ਉਹਦੇ ਹੁੰਦੀ ਤੇ ਰਜਿਸਟਰੀ ਹੈ, ਉਹ ਵੀ ਕੰਪਿਊਟਰ 'ਤੇ ਹੀ ਹੁੰਦੀ ਹੈ, ਲੇਕਿਨ ਨਾਲ ਫਰਦ ਜਿਹੜਾ ਹੈ ਉਹ ਮੈਨੂਅਲ ਲੱਗਦਾ ਹੈ। ਉਸ ਤੋਂ ਬਾਅਦ ਰਜਿਸਟਰੀ ਹੁੰਦੀ ਹੈ ਰਿਪੋਰਟ ਬਣ ਕੇ, ਉਹ ਦੁਬਾਰਾ ਆ ਕੇ ਪਟਵਾਰੀ ਕੋਲ ਜਿਹੜਾ ਨਾ ਉਹ ਮੈਨੂਅਲ ਰਜਿਸਟਰੀ ਜਿਹੜੀ ਹੈ ਨਾ ਉਹ ਹੱਥ ਦੇ ਨਾਲ ਇੰਤਕਾਲ ਦੁਬਾਰਾ ਬਣਦਾ ਹੈ। ਉਹ ਪਟਵਾਰੀ ਫਿਰ ਉਹਦੇ ਬਾਅਦ ਦੇ ਵਿੱਚ ਉਹ ਇੱਕ ਲੰਮਾ ਪ੍ਰੋਸੈਸ ਹੋਈ, ਉਹਦੇ 'ਤੇ ਲਾਦਾ ਵੀਡੀਓ ਬਣੇਗੀ। ਇਸ ਵਾਸਤੇ ਜਿਵੇਂ ਪਾਵਰ ਆਫ ਅਟਾਰਨੀ ਬਣਾਉਣੀ ਹੈ ਤਾਂ ਉਹਦੇ ਵਾਸਤੇ ਜਿਤਨਾ ਰਕਬਾ ਤੁਸੀਂ ਸੇਲ ਕਰਨਾ ਹੈ ਉਹਦੇ ਅੱਗੇ ਓਨਲੀ ਲਿਖਣਾ ਹੈ। ਅਗਰ ਤੁਸੀਂ ਸਾਰਾ ਰਕਬਾ ਸੇਲ ਕਰਨਾ ਹੈ ਤਾਂ ਉਹਦੇ 'ਚ ਲਿਖਣਾ ਮਾਈ ਆਲ ਪ੍ਰਾਪਰਟੀ ਫਲਾਂ ਮੌਜ਼ਾ ਦੇ ਵਿੱਚ ਉਹ ਮੈਂ ਸ਼ਹਿਰ ਦੀ ਅਥਾਰਟੀ ਦੇ ਰਿਹਾ ਫਲਾਂ ਬੰਦੇ ਨੂੰ। ਔਰ ਇੱਕ ਉਹਦੇ ਤੋਂ ਵੀ ਜ਼ਰੂਰੀ ਜਿਹੜਾ ਪੈਗਾਮ ਹੈ ਕਿ ਪਾਵਰ ਆਫ ਅਟਾਰਨੀ ਇਹ ਅਵੇਅਰਨੈਸ ਵਾਸਤੇ ਬੜਾ ਜ਼ਰੂਰੀ ਪੈਗਾਮ ਹੈ। ਉਹ ਇਹ ਕਿ ਅਗਰ ਤੁਸੀਂ ਕਿਸੇ ਬਲੱਡ ਰਿਲੇਸ਼ਨ ਨੂੰ ਪਾਵਰ ਆਫ ਅਟਾਰਨੀ ਭੇਜ ਰਹੇ ਹੋ, ਅਥਾਰਟੀ ਦੇ ਰਹੇ ਹੋ, ਤੇ ਉਹਦੇ ਉੱਤੇ ਟੈਕਸ ਨਹੀਂ ਹੈ ਵੀ, ਉਹਦੇ ਤੇ 2% ਜਿਹਦੇ ਤੇ 2% ਟੈਕਸ। ਮਸਲਨ ਅਗਰ ਤੁਸੀਂ ਕਿਸੇ ਅਦਰ ਬਲੱਡ ਰਿਲੇਸ਼ਨ ਤੋਂ ਬਗੈਰ ਬਾਹਰ ਕਿਤੇ ਪਾਵਰ ਆਫ ਅਟਾਰਨੀ ਭੇਜ ਰਹੇ ਹੋ, ਤੁਹਾਡਾ ਬਲੱਡ ਰਿਲੇਸ਼ਨ ਉਹਦੇ ਨਾਲ ਨਹੀਂ ਹੈ ਵੀ, ਤੇ ਉਹਦੇ ਤੇ ਬੜਾ ਜ਼ਰੂਰੀ ਗੌਰ ਨਾਲ ਸੁਣੋ ਕਿ ਉਹਦੇ ਤੇ 2% ਟੈਕਸ ਮਾਲੀਅਤ ਦੇ ਉੱਪਰ। ਉਹ ਪ੍ਰਾਪਰਟੀ ਦੀ ਵੈਲਿਊ ਪਟਵਾਰੀ ਲਾ ਕੇ ਦੇਗਾ, ਗੌਰਮੈਂਟ ਦੇ ਸ਼ਡਿਊਲ ਰੇਟ ਨੇ ਉਹਦੇ ਵਿੱਚ ਪਟਵਾਰੀ ਕੋਲ ਜਿਹੜਾ ਨਾ ਉਹ ਮੌਜੂਦ ਹੁੰਦਾ ਹੈ, ਉਹਦੇ ਤੇ ਉਹ ਜਿਹੜਾ ਨਾ ਉਹ ਸਾਰਾ ਸਿਸਟਮ ਲਿਖ ਕੇ ਦੇਗਾ। ਜਾ ਕੇ ਫਿਰ ਤਹਿਸੀਲੇ ਦੇ ਵਿੱਚ ਉਹਦੀ ਜਿਹੜੀ ਨਾ ਫੀਸ ਜਮ੍ਹਾਂ ਹੋਵੇਗੀ। ਫਰਜ਼ ਕੀਤਾ ਹੈ ਤੁਹਾਡੀ ਜ਼ਮੀਨ ਦੀ ਵੈਲਿਊ ਹੈ 50 ਲੱਖ ਰੁਪਇਆ, ਤੇ ਉਹਦੇ ਤੇ 2% ਟੈਕਸ 1 ਲੱਖ ਰੁਪਇਆ ਜਮ੍ਹਾਂ ਕਰਾਉਣਾ ਪਵੇਗਾ। ਉਸ ਤੋਂ ਬਾਅਦ ਉਹ ਪ੍ਰਾਪਰਟੀ ਜਿਹੜੀ ਹੈ ਤੁਹਾਡੀ ਪਾਵਰ ਆਫ ਅਟਾਰਨੀ ਜਿਹੜੀ ਹੈ ਉਹ ਵੈਲਿਡ ਹੋਵੇਗੀ ਤੇ ਫਿਰ ਪ੍ਰਾਪਰਟੀ ਤੁਹਾਡੀ ਸੇਲ ਹੋਵੇਗੀ। ਵਰਨਾ ਤੁਹਾਡੀ ਪ੍ਰਾਪਰਟੀ ਸੇਲ ਨਹੀਂ ਹੋ ਸਕਦੀ ਜਦੋਂ ਜਿਹੜੀ ਤੁਸੀਂ 2% ਟੈਕਸ ਜਮ੍ਹਾਂ ਨਹੀਂ ਕਰਾਇਆ। ਉਹ ਲੋਕਾਂ ਨੂੰ ਅਵੇਅਰਨੈਸ ਨਾ ਹੋਣ ਦੀ ਵਜ੍ਹਾ ਤੋਂ ਲੱਖਾਂ ਰੁਪਇਆਂ ਦਾ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ। ਤੇ ਪਾਵਰ ਆਫ ਅਟਾਰਨੀ ਜਿਸ ਵੇਲੇ ਵੀ ਭੇਜੋ ਕੋਸ਼ਿਸ਼ ਕਰੋ ਆਪਣੇ ਬਲੱਡ ਰਿਲੇਸ਼ਨ ਨੂੰ ਭੇਜੋ। ਜਿਸ ਵੇਲੇ ਬਲੱਡ ਰਿਲੇਸ਼ਨ ਨੂੰ ਭੇਜੋਗੇ ਉਹਦੇ 'ਚ ਨੁਕਸਾਨ ਦਾ ਵੀ ਅੰਦੇਸ਼ਾ ਬਹੁਤ ਕਮ ਹੈ, ਔਰ ਉਹਦੇ 'ਤੇ ਤੁਹਾਡਾ ਜਿਹੜਾ ਨਾ ਟੈਕਸ ਵੀ ਜਿਹੜਾ ਨਾ 1200 ਰੁਪਏ ਦੇ ਵਿੱਚ ਓਨਲੀ ਵੈਲਿਡ ਹੋ ਜਾਏਗੀ। ਤੇ ਇਹਦੇ 'ਤੇ 3-4 ਵੀਡੀਓ ਹੋਰ ਵੀ ਬਣਾਈਆਂ ਜਾ ਸਕਦੀਆਂ ਨੇ। ਮੈਂ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ। ਤੇ ਜਿਸ ਵੇਲੇ ਵੀ ਤੁਸੀਂ ਪਾਵਰ ਆਫ ਅਟਾਰਨੀ ਭੇਜਣੀ ਹੈ ਕੋਸ਼ਿਸ਼ ਕਰੋ ਖੇਵਟ ਖਾਤਾ ਲਿਖ ਲਓ ਉੱਪਰ। ਲੇਕਿਨ ਬਸਾ ਔਕਾਤ ਇੱਕ ਜ਼ਰੂਰੀ ਬਾਤ ਇਹ ਹੈ ਕਿ ਪਾਵਰ ਆਫ ਅਟਾਰਨੀ ਤੁਹਾਡੀ ਫਾਰ ਲਾਈਫ ਜਿਹੜੀ ਹੈ ਨਾ ਉਹ ਵੈਲਿਡ ਹੁੰਦੀ ਹੈ। ਤੇ ਅਗਰ ਉਹ ਖੇਵਟ ਤੇ ਖਤੂਨੀ ਚੇਂਜ ਹੋ ਗਈ ਹੈ ਤਾਂ ਉਹ ਤੁਸੀਂ ਉੱਪਰ ਲਿਖੀ ਹੈ ਤਾਂ ਬਾਅਦ 'ਚ ਪਰੇਸ਼ਾਨੀ ਬਣਦੀ ਹੈ। ਬਿਹਤਰ ਇਹ ਕਿ ਤੁਸੀਂ ਪਾਵਰ ਆਫ ਅਟਾਰਨੀ ਲਿਖਦਿਆਂ ਤੁਸੀਂ ਉੱਤੇ ਖੇਵਟ ਖਾਤਾ ਨਾ ਲਿਖੋ ਮਾਈ ਆਲ ਪ੍ਰਾਪਰਟੀ ਜਾਂ ਮੇਰੀ ਐਨੀ ਪ੍ਰਾਪਰਟੀ ਵਿੱਚੋਂ ਐਨੀ ਪ੍ਰਾਪਰਟੀ ਫਲਾਂ ਮੌਜ਼ੇ ਦੇ ਵਿੱਚ ਮੈਂ ਸੇਲ ਕਰਨਾ ਚਾਹੁੰਦਾ ਹਾਂ। ਅਗਰ ਕਿਉਂਕਿ 4 5 7 ਤੁਹਾਡੀਆਂ ਖਤੂਨੀਆਂ ਨੇ ਖੇਵਟਾਂ ਲਾਦਾ ਨੇ ਤੇ ਉਹਦੇ ਵਿੱਚ ਤੁਹਾਨੂੰ ਕਿਤੇ ਗਲਤੀ ਹੋ ਗਈ ਤੇ ਉਹ ਫਿਰ ਤੁਹਾਡੀ ਪਾਵਰ ਆਫ ਅਟਾਰਨੀ ਉਹ ਵੈਲਿਡ ਨਹੀਂ ਹੋਣ ਲਈ, ਉਹ ਫਿਰ ਮਸਲਾ ਬਣੇਗਾ। ਤੇ ਜ਼ਿਆਦਾ ਬਿਹਤਰ ਇਹ ਹੈ ਅਗਰ ਤੁਹਾਨੂੰ, ਕਿਉਂਕਿ ਹਰ ਬੰਦੇ ਦੀ ਜਿਹੜੀ ਮੁਖਤਲਿਫ ਸਿਚੁਏਸ਼ਨ ਹੁੰਦੀ ਹੈ, ਤੇ ਅਗਰ ਤੁਹਾਨੂੰ ਮਜ਼ੀਦ ਮਾਲੂਮਾਤ ਚਾਹੀਦੀ ਹੈ ਫੇਸਬੁੱਕ ਦੇ ਉੱਪਰ ਮੇਰਾ ਜਿਹੜਾ ਨੇ ਆਈਡੀ ਹੈ ਜਿਹੜੀ ਹੈ ਨਾ ਜ਼ੈਗਮ ਸਜਾਦ ਦੇ ਨਾਂ ਤੋਂ ਮੇਰੀ ਆਈਡੀ ਹੈ, ਉਹਦੇ ਤੁਸੀਂ ਮੈਸੇਂਜਰ ਦੇ ਉੱਪਰ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਤੇ ਵੈਸੇ ਮੈਸੇਜ ਦੇ ਵਿੱਚ ਵੀ ਅਗਰ YouTube ਦੇ ਉੱਤੇ ਤੁਸੀਂ ਮੇਰੇ ਨਾਲ ਮੈਸੇਜ ਦੇ ਵਿੱਚ ਵੀ ਰਾਬਤਾ ਕਰੋ ਤੇ ਮੈਂ ਤੁਹਾਡੇ ਨਾਲ ਉਹ ਰਾਬਤਾ ਕਰ ਸਕਦਾ ਹਾਂ। ਤੁਹਾਨੂੰ ਸਹੀ ਮਾਲੂਮਾਤ ਦਾਂਗਾ ਤਾਂ ਕਿ ਤੁਹਾਡਾ ਟਾਈਮ ਜ਼ਾਇਆ ਨਾ ਹੋਵੇ ਔਰ ਪੈਸੇ ਦਾ ਜ਼ਾਇਆ ਨਾ ਹੋਵੇ ਔਰ ਤੁਹਾਡੇ ਨਾਲ ਕੋਈ ਫਰਾਡ ਨਾ ਹੋ ਜਾਏ। ਅਸਲਾਮੁਅਲੈਕੁਮ।